ਗੁੱਡ ਮਾਰਨਿੰਗ ਬੇਟਾ। ਅੱਜ ਆਪਾਂ ਤੁਹਾਡੀ ਪਾਠ ਪੁਸਤਕ ਸਾਹਿਤਕ ਕਿਰਨਾਂ ਦਾ ਪਾਠ ਕਲਾਤਮਕ ਰੁਚੀਆਂ ਪ੍ਰਕਿਰਤੀ ਅਤੇ ਪਹਿਚਾਨ ਪੜ੍ਹਾਂਗੇ। ਇਸ ਦੇ ਲੇਖਕ ਡਾਕਟਰ ਦਵਿੰਦਰ ਸ਼ੈਫੀ ਜੀ ਹਨ। ਇਸ ਪਾਠ ਵਿੱਚ ਲੇਖਕ ਨੇ ਜੀਵਨ ਦੀ ਕਲਾਤਮਕਤਾ ਦੀ ਪਛਾਣ ਕਰਨ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਦਿੱਤੀ ਹੈ। ਉਹਨਾਂ ਦਾ ਮੂਲ ਮਕਸਦ ਬੱਚਿਆਂ ਅੰਦਰ ਮੌਜੂਦ ਰੁਚੀਆਂ ਨੂੰ ਉਭਾਰਨ ਦਾ ਹੈ। ਜਿਹੜਾ ਇਹ ਲੇਖ ਹੈ ਮਨੋਵਿਗਿਆਨਿਕ ਦ੍ਰਿਸ਼ਟੀਕੋਣ ਤੋਂ ਲਿਖਿਆ ਗਿਆ ਹੈ। ਆਓ ਪਾਠ ਪੜ੍ਹਦੇ ਹਾਂ। ਤੇਰਾ ਉੱਚ ਮੁਕਾਮ ਹੈ ਕਿਉਂ ਹੋਵੇਂ ਦਲਗੀਰ, ਫੁੱਲ ਕਮਲ ਦਾ ਟਹਿਕਦਾ ਚਿੱਕੜ ਸੀਨਾ ਚੀਰ। ਇਸ ਵਿੱਚ ਲੇਖਕ ਦੱਸ ਰਹੇ ਹਨ ਕਿ ਹੇ ਮਨੁੱਖ, ਜਿਹੜੀ ਤੇਰੀ ਮੰਜ਼ਿਲ ਹੈ ਉਹ ਬਹੁਤ ਵਧੀਆ ਹੈ, ਤੂੰ ਕਿਉਂ ਉਦਾਸ ਹੁੰਦਾ ਹੈ। ਜਿਹੜਾ ਕਮਲ ਦਾ ਫੁੱਲ ਹੈ ਉਹ ਚਿੱਕੜ ਵਿੱਚ ਪੈਦਾ ਹੁੰਦਾ ਹੈ। ਭਾਵ ਹਰ ਮਨੁੱਖ ਪ੍ਰਤਿਭਾਸ਼ਾਲੀ ਹੈ। ਸਭ ਦੇ ਅੰਦਰ ਪ੍ਰਤਿਭਾ ਹੈ, ਬਸ ਕਮੀ ਹੈ ਤਾਂ ਪਛਾਣਨ ਦੀ ਹੈ। ਹਰ ਮਨੁੱਖ ਅੰਦਰ ਊਰਜਾ ਦਾ ਵੱਡਾ ਭੰਡਾਰ ਹੁੰਦਾ ਹੈ। ਊਰਜਾ ਦਾ ਇਹ ਭੰਡਾਰ ਉਸ ਲਈ ਵਰਦਾਨ ਵੀ ਬਣ ਸਕਦਾ ਹੈ ਅਤੇ ਸਰਾਪ ਵੀ। ਊਰਜਾ ਐਨਰਜੀ, ਜਿਹੜੀ ਐਨਰਜੀ ਦਾ ਇਹ ਸਟੋਰ ਹੈ ਉਸ ਲਈ ਵਰਦਾਨ ਵੀ ਹੈ ਅਤੇ ਸਰਾਪ ਦੋਨੋਂ ਹੋ ਸਕਦੇ ਹੈ, ਫਾਇਦੇਮੰਦ ਵੀ ਔਰ ਨੁਕਸਾਨਦਾਇਕ ਵੀ। ਇਹ ਪ੍ਰਕਿਰਿਆ ਉਸੇ ਤਰ੍ਹਾਂ ਦੀ ਹੈ ਜਿਵੇਂ ਬੰਨ ਬਣਾ ਕੇ ਸੰਯੋਜਿਤ ਕੀਤੇ ਪਾਣੀ ਤੋਂ ਬਿਜਲੀ ਸ਼ਕਤੀ ਦਾ ਲਾਭ ਵੀ ਲਿਆ ਜਾ ਸਕਦਾ ਹੈ ਅਤੇ ਇਸੇ ਪਾਣੀ ਨੂੰ ਜੇਕਰ ਅਵਾਰਾ ਛੱਡ ਦਿੱਤਾ ਜਾਵੇ ਤਾਂ ਆਸ-ਪਾਸ ਦੀ ਖੇਤੀ ਦਾ ਉਜਾੜਾ ਕਰਵਾਇਆ ਜਾ ਸਕਦਾ ਹੈ। ਇਹ ਪੂਰਾ ਪ੍ਰੋਸੈਸ ਉਸੇ ਤਰ੍ਹਾਂ ਹੈ ਜਿਵੇਂ ਜੇ ਪਾਣੀ ਨੂੰ ਬੰਨ ਬਣਾ ਕੇ ਮਤਲਬ ਸਟੋਰ ਕਰ ਲਿੱਤਾ ਜਾਵੇ ਤਾਂ ਉਹਨਾਂ ਤੋਂ ਬਿਜਲੀ ਬਣਾਈ ਜਾ ਸਕਦੀ ਹੈ। ਜੇ ਪਾਣੀ ਨੂੰ ਛੱਡ ਦਿੱਤਾ ਜਾਵੇ ਤਾਂ ਉਹ ਆਸ-ਪਾਸ ਜਿਹੜੇ ਖੇਤ ਹੈ ਉਹਨਾਂ ਦਾ ਉਜਾੜਾ ਮਤਲਬ ਉਹਨਾਂ ਨੂੰ ਉਜਾੜ ਸਕਦਾ ਹੈ। ਕਲਾਤਮਕ ਰੁਚੀਆਂ ਦਾ ਉਜਾਗਰ ਹੋਣਾ ਇਸ ਬੰਨ ਜਾਂ ਡੈਮ ਦੀ ਉਸਾਰੀ ਵਾਂਗ ਹੀ ਹੈ। ਜਿਹੜੀਆਂ ਮਨੁੱਖ ਅੰਦਰ ਕਲਾਤਮਕ ਰੁਚੀਆਂ ਹੈ, ਇੰਟਰਸਟ ਹੈ, ਉਹਨਾਂ ਦਾ ਸਾਹਮਣੇ ਆਉਣਾ ਉਸ ਬੰਨ ਜਾਂ ਡੈਮ ਵਾਂਗ ਹੀ ਹੈ। ਜੇ ਰੁਚੀਆਂ ਨੂੰ ਪਛਾਣ ਲਿਆ ਜਾਵੇ ਤਾਂ ਮਨੁੱਖ ਬਹੁਤ ਤਰੱਕੀ ਕਰ ਸਕਦਾ ਹੈ ਔਰ ਨਾ ਪਛਾਣਿਆ ਜਾਵੇ ਤਾਂ ਉਸਦਾ ਜੀਵਨ ਜਿਹੜਾ ਹੈ ਖਰਾਬ ਵੀ ਹੋ ਸਕਦਾ ਹੈ। ਕਲਾ ਤੁਹਾਨੂੰ ਨਿੱਜ ਤੋਂ ਮੁਕਤ ਕਰਕੇ ਸਮਾਜਿਕ ਨਿੱਜ ਨਾਲ ਜੋੜਦੀ ਹੈ। ਇਸ ਵਿੱਚ ਲੇਖਕ ਦੱਸਦੇ ਹਨ ਕਿ ਕਲਾ ਹੈ ਨਾ ਜਿਹੜੀ ਉਹ ਮਨੁੱਖ ਦੀ ਖੁਦ ਲਈ ਨਹੀਂ, ਉਹਨੂੰ ਸਵਾਰਥ ਦੀ ਭਾਵਨਾ ਤੋਂ ਸੁਤੰਤਰ ਕਰਕੇ ਸਮਾਜ ਦੇ ਭਲੇ ਨਾਲ ਜੋੜ ਦਿੰਦੀ ਹੈ। ਕਲਾ ਅਸਲੀ ਖੁਸ਼ੀ ਅਤੇ ਸਦੀਵੀ ਉਤਸ਼ਾਹ ਦਾ ਸੋਮਾ ਹੈ। ਕਲਾ ਜਿਹੜੀ ਹੈ, ਆਰਟ ਹੈ, ਉਹ ਅਸਲੀ ਵਾਸਤਵਿਕ ਖੁਸ਼ੀ ਅਤੇ ਸਦੀਵੀ ਸਦਾ ਰਹਿਣ ਵਾਲਾ ਉਤਸ਼ਾਹ, ਹਿੰਮਤ ਦਾ ਸੋਮਾ ਸਰੋਤ ਹੈ। ਫਰਾਂਸ ਦੇ ਵੱਡੇ ਚਿੰਤਨਸ਼ੀਲ ਲੇਖਕ ਵਿਕਟਰ ਹਿਊਗੋ ਨੇ ਇਸ ਕਾਰਜ ਨੂੰ ਗੁਲਾਮੀ ਤੋਂ ਮੁਕਤੀ ਦਿਵਾਉਣ ਵਾਲਾ ਕਾਰਜ ਐਲਾਨ ਕੇ ਕਲਾ ਸ਼ਕਤੀ ਨੂੰ ਸੁਤੰਤਰਤਾ ਸ਼ਕਤੀ ਦੀ ਵਾਹਕ ਮੰਨਿਆ ਹੈ, ਵਾਹਕ ਸਾਧਨ। ਵਿਕਟਰ ਹਿਊਗੋ ਕਹਿੰਦੇ ਹੈ ਕਿ ਜਿਹੜੀ ਕਲਾ ਹੈ ਨਾ ਇਹ ਗੁਲਾਮੀ ਤੋਂ ਮੁਕਤੀ ਦਿਵਾ ਦਿੰਦੀ ਹੈ। ਇਹ ਇੱਕ ਸੁਤੰਤਰ ਸ਼ਕਤੀ ਦਾ ਸਾਧਨ ਹੈ ਜਿਹਦੇ ਨਾਲ ਸੁਤੰਤਰਤਾ ਵੱਧਦੀ ਹੈ। ਇਸ ਲਈ ਹਰ ਵਿਅਕਤੀ ਨੂੰ ਆਪਣੀ ਕਲਾਤਮਕ ਸੰਭਾਵਨਾ ਵਿਕਸਿਤ ਕਰਨ ਲਈ ਨਿਰੰਤਰ ਯਤਨਸ਼ੀਲ ਰਹਿਣਾ ਚਾਹੀਦਾ ਹੈ। ਇਸ ਲਈ ਹਰ ਵਿਅਕਤੀ ਦਾ ਇਹ ਕਰਤੱਵ ਹੈ ਕਿ ਜਿਹੜੀ ਉਹਦੇ 'ਚ ਕਲਾ ਹੈ, ਕਲਾ ਦੀ ਸੰਭਾਵਨਾ ਹੈ, ਉਹਨੂੰ ਵਿਕਸਿਤ ਕਰਨ ਲਈ ਉਹ
ਲਗਾਤਾਰ ਯਤਨਸ਼ੀਲ ਰਹੇ। ਕੁਝ ਨਾ ਕੁਝ ਅਜਿਹਾ ਸਿਰਜਣਾ ਜ਼ਰੂਰੀ ਹੈ ਜੋ ਪਦਾਰਥਕ ਲਾਭਾਂ ਅਤੇ ਪੂੰਜੀ ਲਾਭਾਂ ਤੋਂ ਪੂੰਜੀ ਲੋੜਾਂ ਤੋਂ ਮੁਕਤ ਹੋਵੇ, ਅਤੇ ਕੁਛ ਐਜਾ ਸਿਰਜਣਾ ਬਣਾਉਣਾ, ਕ੍ਰੀਏਟ ਕਰਨਾ ਚਾਹੀਦਾ ਹੈ ਜਿਹੜਾ ਪਦਾਰਥਕ ਜਿਹੜੇ ਲਾਭ ਹੈ ਅਤੇ ਪੂੰਜੀ ਦੀ ਜ਼ਰੂਰਤ ਤੋਂ ਮੁਕਤ ਹੋਵੇ। ਭਾਵ ਕਹਿਣ ਦਾ ਕਿ ਜਿਹੜੀ ਕਲਾ ਹੈ ਉਹਦੇ ਨਾਲ ਕੁਛ ਅਜਿਹਾ ਬਣਾਇਆ ਜਾ ਸਕਦਾ ਹੈ ਕਿ ਮਨੁੱਖ ਇਹ ਜਿਹੜੇ ਜਿਹਦੇ ਨਾਲ ਜ਼ਰੂਰੀ ਨਹੀਂ ਸਿਰਫ ਪੈਸੇ ਦਾ ਲਾਭ ਹੋਵੇ, ਧਨ ਦਾ ਲਾਭ ਹੋਵੇ, ਸਮਾਜ ਦਾ ਭਲਾ ਹੋਵੇ। ਅਜਿਹਾ ਸਿਰਜਕ ਵਿਅਕਤੀ ਨਿਸ਼ਚੇ ਹੀ ਪ੍ਰਕਿਰਤੀ, ਸਮਾਜ ਅਤੇ ਸੱਭਿਆਚਾਰ ਲਈ ਵਰਦਾਨ ਸਾਬਤ ਹੁੰਦਾ ਹੈ। ਜਿਹੜਾ ਅਜਿਹਾ ਵਿਅਕਤੀ ਹੁੰਦਾ ਨਾ, ਸਿਰਜਕ ਬਣਾਉਣ ਵਾਲਾ, ਉਹ ਪ੍ਰਕਿਰਤੀ ਲਈ, ਸੁਸਾਇਟੀ ਲਈ, ਸੱਭਿਆਚਾਰ ਲਈ ਇੱਕ ਵਰਦਾਨ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ। ਕਲਾਤਮਕ ਰੁਚੀਆਂ ਦੀ ਪਹਿਚਾਣ ਦਾ ਮਸਲਾ ਮਨੋਵਿਗਿਆਨਿਕ ਮਸਲਾ ਹੈ। ਜਿਹੜਾ ਕਲਾਤਮਕ ਰੁਚੀਆਂ ਦੀ ਪਹਿਚਾਣ ਕਿਵੇਂ ਕੀਤੀ ਜਾਵੇ, ਇਹ ਇੱਕ ਮਨੋਵਿਗਿਆਨਿਕ ਮੈਟਰ ਹੈ। ਦਰਅਸਲ ਪੜ੍ਹਾਈ, ਵਿਸ਼ਾ ਚੋਣ, ਕਿੱਤਾ ਚੋਣ ਮਤਲਬ ਪ੍ਰੋਫੈਸ਼ਨ ਦੀ ਚੋਣ, ਡਿਗਰੀ ਚੋਣ, ਨੌਕਰੀ ਲਾਲਸਾ ਆਦਿ ਸਭ ਮਹੱਤਵਪੂਰਨ ਚੋਣਾਂ ਵੇਲੇ ਵੱਡੇ ਸਮਾਜਿਕ ਸਮੂਹਾਂ ਅਧੀਨ ਫੈਸਲੇ ਲਏ ਜਾਂਦੇ ਹਨ। ਜਦੋਂ ਮਨੁੱਖ ਪੜ੍ਹਾਈ ਕਰਦਾ ਹੈ ਜਾਂ ਆਪਣਾ ਪ੍ਰੋਫੈਸ਼ਨ ਚੂਜ਼ ਕਰਦਾ ਹੈ, ਜਾਂ ਉਹ ਕੀ ਸਬਜੈਕਟ ਲਵੇ ਪੜ੍ਹਨ ਵੇਲੇ, ਕਿਹੜੀ ਡਿਗਰੀ ਕਰੇ, ਨੌਕਰੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਜਦੋਂ ਇਹ ਸਭ ਕੁਛ ਬਾਰੇ ਡਿਸੀਜ਼ਨ ਲੈਂਦਾ ਹੈ ਨਾ, ਤਾਂ ਇਹ ਸਾਰਾ ਕੁਛ ਜਿਹੜੇ ਸਮਾਜਿਕ ਤੌਰ 'ਤੇ ਇਹਨੂੰ ਦੇਖਿਆ ਜਾਂਦਾ ਹੈ। ਸਮੂਹਨ ਮੋਹਿਤ ਹੋ ਜਾਂਦਾ ਹੈ ਕਿ ਸੁਸਾਇਟੀ ਵਿੱਚ ਕਿਹੜੀ ਡਿਗਰੀ ਵਾਲਿਆਂ ਦੀ ਕਿਹੋ ਜਿਹੀ ਪੋਜੀਸ਼ਨ ਹੈ, ਕਿਹੜੀ ਪੜ੍ਹਾਈ ਵਾਲਿਆਂ ਦੀ ਕਿਹੋ ਜਿਹੀ ਪੋਜੀਸ਼ਨ ਹੈ। ਇਹ ਸਾਰੇ ਜਿਹੜੇ ਫੈਸਲੇ ਹੈ ਨਾ, ਉਹ ਸਮਾਜ ਨੂੰ ਦੇਖਦੇ ਹੋਏ ਲਈ ਜਾਂਦੇ ਹਨ। ਇਹਨਾਂ ਚੋਣ ਵੇਲੇ ਮੂਲ ਬਿਰਤੀ, ਰੁਝਾਨ ਅਤੇ ਬੁੱਧੀ ਯੋਗਤਾ ਨੂੰ ਅਕਸਰ ਹੀ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ। ਜਦੋਂ ਇਹ ਚੂਜ਼ ਕਰਨਾ ਹੁੰਦਾ ਨਾ, ਤਾਂ ਉਸ ਵੇਲੇ ਇਹ ਨਹੀਂ ਦੇਖਿਆ ਜਾਂਦਾ ਕਿ ਬੱਚੇ ਦਾ ਰੁਝਾਨ, ਉਹਦੀ ਰੁਚੀ ਕਿਸ 'ਚ ਹੈ, ਅਤੇ ਬੁੱਧੀ ਯੋਗਤਾ ਉਹਦੇ 'ਚ ਕਿਸ ਚੀਜ਼ ਦੀ ਅਕਲ ਹੈ, ਕਿਸ ਚੀਜ਼ ਬਾਰੇ ਉਹਦਾ ਇੰਟਰਸਟ ਹੈ, ਉਹਦੇ 'ਚ ਕਿਸ ਤਰ੍ਹਾਂ ਦੀ ਬੁੱਧੀ ਜ਼ਿਆਦਾ ਹੈ। ਇਸ ਚੀਜ਼ਾਂ ਨੂੰ ਅੱਖੋਂ ਪਰੋਖੇ ਇਗਨੋਰ ਕਰ ਦਿੱਤਾ ਜਾਂਦਾ ਹੈ। ਸਮਾਜਿਕ ਸਮੂਹਨ ਦੀ ਅੱਗੋਂ ਮੰਡੀ ਦੀ ਹਨੇਰੀ, ਪਦਾਰਥਕ ਅਹਿਮੀਅਤ, ਪੂੰਜੀ ਪ੍ਰਾਪਤੀ ਅਤੇ ਸਟੇਟਸ ਸਿੰਬਲ ਦੀ ਧਾਰਨਾ ਵਿੱਚੋਂ ਉਦੈ ਹੁੰਦਾ ਹੈ। ਸਮਾਜ ਵਿੱਚ ਜਿਹੜਾ ਸਮਾਜਿਕ ਤੌਰ 'ਤੇ ਜਿਹੜਾ ਸਮੂਹਨ ਹੈ, ਮੋਹਿਤ ਕਰਨਾ, ਸਮਾਜ ਜਿਹਦੇ ਦੁਆਰਾ ਮੋਹਿਤ ਹੁੰਦਾ ਹੈ, ਉਹਦੇ ਵਿੱਚ ਕੀ ਕੀ ਚੀਜ਼ਾਂ ਆਉਂਦੀਆਂ? ਪਦਾਰਥਕ ਅਹਿਮੀਅਤ, ਮੈਟਰਲਿਸਟਿਕ ਜਿਹੜੀ ਵੈਲਿਊ, ਪੂੰਜੀ ਦੀ ਕਿੰਨਾ ਧਨ ਪ੍ਰਾਪਤ ਹੁੰਦਾ ਹੈ, ਸਟੇਟਸ ਸਿੰਬਲ ਕੀ ਹੈ ਉਹਦਾ, ਇਹ ਸਟੇਟਸ ਸਿੰਬਲ ਦੀ ਧਾਰਨਾ ਇਹਨਾਂ ਚੀਜ਼ਾਂ ਵਿੱਚੋਂ ਪੈਦਾ ਹੁੰਦੀ ਹੈ, ਉਦੈ ਹੁੰਦੀ ਹੈ, ਪੈਦਾ ਹੁੰਦੀ ਹੈ। ਇਸੇ ਲਈ ਵਿਅਕਤੀ ਦੀ ਬਾਹਰੀ ਸੰਰਚਨਾ ਅਤੇ ਅਵਚੇਤਨੀ ਸੰਰਚਨਾ, ਅਵਚੇਤਨੀ ਅਰਧ ਚੇਤਨਾ ਵਿਚਕਾਰ ਖਤਰਨਾਕ ਪਾੜਾ ਪੈ ਜਾਂਦਾ ਹੈ। ਇਸ ਲਈ ਮਨੁੱਖ ਬਾਹਰੀ ਦਿਖਾਵਾ ਅਤੇ ਉਹਦੇ ਮਨ ਵਿੱਚ ਕੀ ਚੱਲ ਰਿਹਾ ਹੈ, ਦੋਨਾਂ ਵਿੱਚ ਖਤਰਨਾਕ ਗੈਪ ਆ ਜਾਂਦਾ ਹੈ। ਇਹ ਪਾੜਾ ਕਿਤੇ ਵੱਖ-ਵੱਖ ਸਮਾਜਿਕ ਭ੍ਰਿਸ਼ਟਾਚਾਰ ਦੁਆਰਾ ਭਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਜਿਹੜਾ ਗੈਪ ਹੈ ਇਹ, ਫਿਰ ਇਹਨੂੰ ਭਰਨ ਲਈ ਕੀ ਹੈ, ਭ੍ਰਿਸ਼ਟਾਚਾਰ ਦਾ ਜਨਮ ਹੁੰਦਾ, ਸਮਾਜਿਕ ਭ੍ਰਿਸ਼ਟਾਚਾਰ ਦਾ। ਉਹਦੇ ਦੁਆਰਾ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਕਿਤੇ ਆਡੰਬਰੀ ਗਤੀਵਿਧੀਆਂ ਦੁਆਰਾ, ਆਡੰਬਰੀ ਦਿਖਾਵੇ ਵਾਲੀਆਂ ਐਕਟੀਵਿਟੀਜ਼ ਦੁਆਰਾ ਇਹ ਗੈਪ ਭਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਤੇ ਇਸ ਨਾਲ ਕੀ ਹੁੰਦਾ, ਅਜਿਹੇ ਖੰਡਿਤ ਵਿਅਕਤੀਤਵ ਨੂੰ ਜਨਮ ਦਿੰਦਾ ਹੈ। ਖੰਡਿਤ, ਟੁੱਟਿਆ ਫੁੱਟਿਆ, ਬਿਖਰਿਆ ਹੋਇਆ ਵਿਅਕਤੀਤਵ ਮਤਲਬ ਮਨੁੱਖ ਦਾ ਇੱਕ ਅਜਿਹਾ ਪਰਸਨੈਲਿਟੀ ਸਾਹਮਣੇ ਆਉਂਦੀ ਹੈ ਜੋ ਨਾ ਤਾਂ ਸਵੈ ਲਈ, ਸਵੈ ਖੁਦ ਲਈ
ਸ਼ੁਭ ਸਾਬਿਤ ਹੁੰਦਾ ਹੈ ਅਤੇ ਨਾ ਹੀ ਸਮਾਜ ਲਈ। ਜਿਹੜੀ ਉਹਦੀ ਪਰਸਨੈਲਿਟੀ ਦਾ ਜਨਮ ਹੁੰਦਾ ਹੈ ਉਹ ਨਾ ਉਹਦੇ ਖੁਦ ਲਈ ਫਾਇਦੇਮੰਦ ਹੁੰਦੀ ਹੈ ਨਾ ਸਮਾਜ ਲਈ। ਜਦੋਂ ਵਿਅਕਤੀ ਅਜਿਹੀ ਹੋਣੀ ਦਾ ਭਾਗੀ ਬਣ ਜਾਵੇ ਤਾਂ ਉਦੋਂ ਵੀ ਕਲਾ ਉਸ ਨੂੰ ਜੀਵਨ ਦਾ ਅਖੰਡ ਮਾਰਗ ਪ੍ਰਦਾਨ ਕਰ ਸਕਦੀ ਹੈ। ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਮਨੁੱਖ ਨਾਲ ਅਤੇ ਉਦੋਂ ਕਲਾ ਉਹਨੂੰ ਅਖੰਡ ਮਾਰਗ ਪ੍ਰਦਾਨ ਕਰਦੀ ਹੈ, ਭਾਵ ਉਹਨੂੰ ਸਹੀ ਰਸਤਾ ਦਿਖਾਉਂਦੀ ਹੈ। ਕਲਾਤਮਕ ਕਾਰਜ ਨਾਲ ਜੁੜ ਕੇ ਉਹ ਆਪਣੇ ਸਾਰੇ ਬਿਖਰਾਓ ਨੂੰ ਸਮਗਰਤਾ ਪ੍ਰਦਾਨ ਕਰ ਸਕਦਾ ਹੈ। ਜਦੋਂ ਉਹ ਕਲਾ ਨਾਲ ਜੁੜ ਜਾਂਦਾ ਹੈ ਤਾਂ ਉਹ ਆਪਣੇ ਜੋ ਉਹ ਬਿਖਰਿਆ ਹੋਇਆ ਹੁੰਦਾ, ਮਤਲਬ ਕਦੇ ਇੱਧਰ ਦਿਮਾਗ ਕਦੇ ਉੱਧਰ ਦਿਮਾਗ ਨੂੰ ਸਮਗਰਤਾ ਸਮੁੱਚਤਾ ਪ੍ਰਦਾਨ ਕਰ ਸਕਦਾ ਹੈ ਤਾਂ ਜੋੜ ਸਕਦਾ ਹੈ ਆਪਣੇ ਵਿਚਾਰਾਂ ਨੂੰ, ਉਹ ਬਿਖਰੇ ਹੋਏ ਵਿਚਾਰਾਂ ਨੂੰ। ਮੰਡੀ ਵਿੱਚ ਕਿੰਡਰ ਆਪਣੇ ਟੋਟੇ ਟੁਕੜਿਆਂ ਨੂੰ ਇਕੱਤਰ ਕਰਕੇ ਆਪਣੇ ਅਣਮੁੱਲੇ ਸਿਰਜਨਾਤਮਕ ਅਸਤਿਤਵ ਨਾਲ ਕਲਿੰਗੜੀ ਪਾ ਸਕਦਾ ਹੈ। ਜਿਹੜਾ ਉਹਨੂੰ ਐਂ ਲੱਗਦਾ ਹੈ ਮੰਡੀ ਸਮਾਜ ਵਿੱਚ ਖਿੰਡਰ ਖਿਲਰੇ ਹੋਏ ਟੋਟਿਆਂ ਟੁਕੜੇ ਹਿੱਸੇ ਜਿਹੜੇ ਉਹਨਾਂ ਸਾਰਿਆਂ ਨੂੰ ਇਕੱਤਰ ਕਰਕੇ, ਮਤਲਬ ਆਪਣੇ ਵਿਚਾਰਾਂ ਨੂੰ, ਬਿਖਰੇ ਹੋਏ ਵਿਚਾਰਾਂ ਨੂੰ ਇਕੱਠੇ ਕਰਕੇ ਆਪਣੇ ਅਣਮੁੱਲੇ ਬਹੁਮੁੱਲੇ ਸਿਰਜਨਾਤਮਕ ਕ੍ਰੀਏਟਿਵ ਅਸਤਿਤਵ ਐਗਜ਼ਿਸਟੈਂਸ ਨਾਲ ਕਲਿੰਗੜੀ ਪਾ ਸਕਦਾ ਹੈ, ਮਤਲਬ ਉਹਨੂੰ ਮਿਲ ਸਕਦਾ ਹੈ। ਭਾਵ ਕਿ ਉਹ ਇੱਕ ਸਿਰਜਨਾਤਮਕ ਅਸਤਿਤਵ ਦਾ ਹੋਂਦ ਦਾ ਨਿਰਮਾਣ ਕਰ ਸਕਦਾ ਹੈ ਜਿਹਦਾ ਕੋਈ ਮੁੱਲ ਨਹੀਂ। ਇਹ ਵੀ ਇੱਕ ਮਨੋਵਿਗਿਆਨਿਕ ਅਤੇ ਅਧਿਆਤਮਿਕ ਤੱਥ ਹੈ ਕਿ ਵਿਅਕਤੀ ਜਿਸ ਨੂੰ ਪ੍ਰੇਮ ਕਰਦਾ ਹੈ ਉਹ ਅਜਿਹਾ ਬਣਨਾ ਸ਼ੁਰੂ ਹੋ ਜਾਂਦਾ ਹੈ। ਇਹ ਇੱਕ ਮਨੋਵਿਗਿਆਨਿਕ ਅਤੇ ਸਪਿਰਿਚੁਅਲ ਫੈਕਟ ਹੈ ਕਿ ਮਨੁੱਖ ਜਿਸ ਨੂੰ ਪ੍ਰੇਮ ਕਰਨ ਲੱਗ ਜਾਂਦਾ ਹੈ ਉਹ ਜਿਹਾ ਬਣਨਾ ਸ਼ੁਰੂ ਹੋ ਜਾਂਦਾ, ਭਾਵ ਉਸੇ ਦਾ ਰੂਪ ਬਣਨਾ ਸ਼ੁਰੂ ਹੋ ਜਾਂਦਾ ਹੈ। ਜਿੱਧਰ ਉਹ ਆਪਣਾ ਮਨ ਲਾ ਲੈਂਦਾ ਹੈ ਉਸ ਤਰ੍ਹਾਂ ਦਾ ਬਣਨਾ ਸ਼ੁਰੂ ਹੋ ਜਾਂਦਾ ਹੈ। ਕਲਾ ਖੁਦ ਸਤਿਅਮ ਸ਼ਿਵਮ ਸੁੰਦਰਮ ਦਾ ਮਜਸਮਾ ਹੈ। ਕਲਾ ਜਿਹੜੀ ਆਰਟ ਹੈ ਖੁਦ ਵੀ ਕਿਸ ਚੀਜ਼ ਦੀ ਮੂਰਤੀ ਹੈ, ਕਿਸ ਚੀਜ਼ ਦਾ ਆਦਰਸ਼ ਹੈ? ਸਤਿਅਮ ਸ਼ਿਵਮ ਸੁੰਦਰਮ ਦਾ ਆਦਰਸ਼ ਹੈ, ਮਜਸਮਾ ਆਦਰਸ਼। ਇਸੇ ਲਈ ਇਸ ਨਾਲ ਸੰਬੰਧਿਤ ਵਿਅਕਤੀ ਦੇ ਅਸਤਿਤਵ ਵਿੱਚੋਂ ਇਹਨਾਂ ਉਚੇਰੇ ਮੁੱਲਾਂ ਦੀ ਆਮਦ ਸੁੱਤੇ ਸਿੱਧ ਆ ਜਾਂਦੀ ਹੈ। ਇਸ ਲਈ ਜਿਹੜਾ ਮਨੁੱਖ ਕਲਾ ਨਾਲ ਜੁੜ ਜਾਂਦਾ ਹੈ ਉਹਦੇ ਵਿੱਚੋਂ ਜਿਹੜੇ ਉਚੇਰੇ ਮੁੱਲ, ਮਤਲਬ ਇੱਕ ਖਾਸ ਤਰ੍ਹਾਂ ਦੇ ਜਿਹੜੇ ਉਹਦੇ 'ਚ ਵੈਲਿਊਜ਼ ਆਮਦ ਆਉਣਾ, ਸੁੱਤੇ ਸਿੱਧ ਆਪਣੇ ਆਪ ਉਹਦੇ 'ਚ ਜਿਹੜੀਆਂ ਅੱਛੀ ਵੈਲਿਊਜ਼ ਆਉਣੀਆਂ ਸ਼ੁਰੂ ਹੋ ਜਾਂਦੀਆਂ, ਸੁੱਤੇ ਸਿੱਧ ਮਤਲਬ ਨੈਚੁਰਲੀ ਆ ਜਾਂਦੀਆਂ ਹਨ। ਕਲਾ ਪ੍ਰੀਤ ਅਤੇ ਕਲਾ ਕਾਰਜ ਸਮੁੱਚੇ ਵਾਤਾਵਰਨ ਨੂੰ ਇਹਨਾਂ ਉਚੇਰੇ ਮੁੱਲਾਂ ਨਾਲ ਮਹਿਕਾ ਦਿੰਦੇ ਹਨ। ਕਲਾ ਨਾਲ ਪਿਆਰ ਅਤੇ ਕਲਾ ਦੇ ਜਿਹੜੇ ਕੰਮ ਹੈ ਉਹ ਦੋਨੋਂ ਚੀਜ਼ਾਂ ਸਾਰੇ ਵਾਤਾਵਰਨ ਨੂੰ ਇੱਕ ਖਾਸ ਖੁਸ਼ਬੂ ਨਾਲ ਭਰ ਦਿੰਦੇ ਹੈ। ਇੱਕ ਵਿਸ਼ੇਸ਼ ਜਿਹੜੇ ਵੈਲਿਊਜ਼ ਉੱਥੇ ਆਪਣੇ ਆਪ ਪੈਦਾ ਹੋ ਜਾਂਦੀਆਂ ਹਨ। ਮਾਪਿਆਂ, ਅਧਿਆਪਕਾਂ ਅਤੇ ਸਮਾਜਿਕ ਸਮੂਹਾਂ ਤਹਿਤ ਕੋਈ ਨੌਜਵਾਨ ਚਾਹੇ ਕਿਸੇ ਵੀ ਸਾਂਝੇ ਅਧੀਨ ਕੰਮ ਕਰ ਰਿਹਾ ਹੋਵੇ, ਉਸ ਲਈ ਆਪਣੀ ਕਲਾ ਯੋਗਤਾ ਦੀ ਪਹਿਚਾਣ ਬੇਹੱਦ ਜ਼ਰੂਰੀ ਹੈ। ਕੋਈ ਵੀ ਨੌਜਵਾਨ ਚਾਹੇ ਆਪਣੇ ਪੇਰੈਂਟਸ, ਆਪਣੇ ਅਧਿਆਪਕਾਂ, ਚਾਹੇ ਸਮਾਜ ਦਾ ਜਿਹੜਾ ਸਮੂਹਨ ਹੈ, ਮੋਹਿਤ ਕਰਨ ਦੀ ਸ਼ਕਤੀ ਹੈ, ਇਹ ਸਾਰੇ ਸਟਰਕਚਰ ਦੇ ਅਧੀਨ ਚਾਹੇ ਕੋਈ ਵੀ ਕੰਮ ਕਰ ਰਿਹਾ ਹੋਵੇ, ਉਹਨੂੰ ਆਪਣੀ ਕਲਾ ਯੋਗਤਾ ਨੂੰ ਜ਼ਰੂਰ ਪਹਿਚਾਨਣਾ ਚਾਹੀਦਾ ਹੈ। ਇਸ ਪਹਿਚਾਣ ਲਈ ਮਨੋਵਿਗਿਆਨਿਕ ਸੂਤਰ ਸਾਡੇ ਸਹਾਈ ਹੋ ਸਕਦੇ ਹਨ। ਇਸ ਕਲਾ ਨੂੰ ਪਛਾਣਿਆ ਕਿਵੇਂ ਜਾਵੇ? ਹੁਣ ਪ੍ਰਸ਼ਨ ਇਹ ਹੈ ਕਿ ਇਸ ਕਲਾ ਦੀ ਪਹਿਚਾਣ ਕਿਵੇਂ ਕੀਤੀ ਜਾ ਸਕਦੀ ਹੈ? ਹਾਰਵਰਡ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ ਦੇ ਪ੍ਰੋਫੈਸਰ ਮਨੋਵਿਗਿਆਨਿਕ ਗਾਰਡਨਰ ਨੇ ਆਪਣੇ ਬਹੁ-ਬੁੱਧੀ ਮਲਟੀਪਲ ਇੰਟੈਲੀਜੈਂਸ ਸਿਧਾਂਤ, ਜਿਸ ਨੂੰ ਕਿ ਬੁੱਧੀ ਸੰਬੰਧੀ ਸੱਭਿਆਚਾਰਕ ਆਧਾਰ ਵਾਲਾ ਸਿਧਾਂਤ ਕਿਹਾ ਜਾ ਸਕਦਾ ਹੈ, ਰਾਹੀਂ ਵੱਖ-ਵੱਖ ਬੁੱਧੀ ਯੋਗਤਾਵਾਂ ਦੀ ਪਹਿਚਾਣ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। ਜਿਹੜੇ ਪ੍ਰੋਫੈਸਰ ਗਾਰਡਨਰ ਹਨ ਉਹਨਾਂ ਨੇ ਇੱਕ
ਮਲਟੀਪਲ ਇੰਟੈਲੀਜੈਂਸ ਦਾ ਇੱਕ ਸਿਧਾਂਤ ਦਿੱਤਾ ਹੈ, ਇੱਕ ਫਾਰਮੂਲਾ ਦਿੱਤਾ ਹੈ, ਇੱਕ ਥਿਊਰੀ ਦਿੱਤੀ ਹੈ ਜਿਹਦੇ ਦੁਆਰਾ ਇਹ ਪਹਿਚਾਨਿਆ ਜਾ ਸਕਦਾ ਹੈ ਕਿ ਕਿਸ ਵਿਅਕਤੀ ਵਿੱਚ ਕਿਹੜੀ ਬੁੱਧੀ ਹੈ। ਇਹ ਪਹਿਚਾਨ ਸਾਡੇ ਲਈ ਆਪਣੀ ਕਲਾ ਬਿਰਤੀ ਪਛਾਣਨ ਲਈ ਬੇਹੱਦ ਲਾਹੇਵੰਦ ਸਾਬਤ ਹੋ ਸਕਦੀ ਹੈ। ਇਸ ਪਹਿਚਾਨ ਰਾਹੀਂ ਅਸੀਂ ਆਪਣੀ ਅੰਦਰ ਸਾਡੇ ਕਿਸ ਤਰ੍ਹਾਂ ਦਾ ਸਾਡਾ ਐਟੀਟਿਊਡ ਹੈ, ਇਹ ਪਛਾਣਨ ਲਈ ਲਾਭਦਾਇਕ ਸਾਬਤ ਹੋ ਸਕਦੀ ਹੈ। ਇਸ ਲਈ ਸੰਕੇਤਕ ਤੌਰ 'ਤੇ ਇਸ ਸਿਧਾਂਤ ਵਿੱਚੋਂ ਗੁਜ਼ਰਦੇ ਹੋਏ ਆਪਣੀਆਂ ਕਲਾਤਮਕ ਬਿਰਤੀਆਂ ਦੀ ਪਹਿਚਾਣ ਬਾਰੇ ਵਿਚਾਰ ਕਰਦੇ ਹਾਂ। ਆਓ ਦੇਖਦੇ ਹਾਂ ਕਿ ਕਿਸ ਤਰ੍ਹਾਂ ਕਲਾਤਮਕ ਜਿਹੜੀਆਂ ਰੁਚੀਆਂ ਦੀ ਪਹਿਚਾਣ ਕੀਤੀ ਜਾ ਸਕਦੀ ਹੈ। ਗਾਰਡਨਰ ਨੇ ਲੰਮੇਰੇ ਅਧਿਐਨ ਉਪਰੰਤ ਮੂਲ ਤੌਰ 'ਤੇ 8 ਤਰ੍ਹਾਂ ਦੀ ਬੁੱਧੀ ਦਾ ਖੁਲਾਸਾ ਕੀਤਾ ਹੈ। ਗਾਰਡਨਰ ਨੇ ਬਹੁਤ ਲੰਮਾ ਅਧਿਐਨ ਕੀਤਾ, ਸਟੱਡੀ ਕੀਤੀ ਇਸ ਚੀਜ਼ ਬਾਰੇ, ਬਹੁਤ ਸਮਾਂ ਲਗਾਇਆ ਅਤੇ ਇੱਕ ਸਮਾਂ ਲਗਾਉਣ ਤੋਂ ਬਾਅਦ ਇੱਕ ਮੂਲ ਤੌਰ 'ਤੇ 8 ਤਰ੍ਹਾਂ ਦੀ ਬੁੱਧੀ ਦਾ ਖੁਲਾਸਾ ਕੀਤਾ। ਮਤਲਬ ਸਾਡੇ ਸਾਹਮਣੇ 8 ਤਰ੍ਹਾਂ ਦੀ ਬੁੱਧੀਆਂ ਦਾ ਸਿਧਾਂਤ ਪੇਸ਼ ਕੀਤਾ ਹੈ। ਸਭ ਤੋਂ ਪਹਿਲੀ ਹੈ ਭਾਸ਼ਾਗਤ ਬੁੱਧੀ। ਇਸ ਬੁੱਧੀ ਦੀ ਯੋਗਤਾ ਦਾ ਸੰਬੰਧ ਭਾਸ਼ਾਈ ਪਕੜ ਨਾਲ ਹੈ। ਜਿਹੜੀ ਭਾਸ਼ਾਗਤ ਬੁੱਧੀ ਦਾ ਸੰਬੰਧ ਹੈ ਨਾ, ਉਹ ਦੇਖਦਾ ਹੈ ਕਿ ਸਾਡੀ ਭਾਸ਼ਾ 'ਤੇ ਕਿੰਨੀ ਪਕੜ ਹੈ, ਇਸ ਯੋਗਤਾ ਨੂੰ ਦੇਖਦਾ ਹੈ। ਜੇਕਰ ਅਸੀਂ ਲੈਕਚਰ ਕਰਨ ਦੀ ਮੁਹਾਰਤ ਪਰਫੈਕਸ਼ਨ, ਲੈਕਚਰ ਦੇਣ ਵਿੱਚ ਅਸੀਂ ਪਰਫੈਕਟ ਹਾਂ, ਸਾਨੂੰ ਪ੍ਰਵਚਨ ਸੁਣਨੇ ਚੰਗੇ ਲੱਗਦੇ ਹਨ, ਕਿਸੇ ਦੇ ਪ੍ਰਵਚਨ ਅਸੀਂ ਧਿਆਨ ਨਾਲ ਸੁਣਦੇ ਹਾਂ, ਸਾਡਾ ਮਨ ਲੱਗਦਾ ਉਹਦੇ ਵਿੱਚ। ਕੋਈ ਲਿਖਤ ਪੜ੍ਹ ਕੇ ਸੁਣਾਉਣੀ ਅੱਛੀ ਲੱਗਦੀ ਹੋਵੇ, ਕੁਛ ਲਿਖਿਆ ਹੋਇਆ ਅਤੇ ਉਹਨੂੰ ਪੜ੍ਹ ਕੇ ਸੁਣਾਉਣਾ ਚੰਗਾ ਲੱਗਦਾ ਹੈ। ਸ਼ਬਦਾਂ ਦੀ ਬਣਤਰ, ਘਾੜਤਾਂ ਵਿੱਚ ਰੁਚੀ ਹੋਵੇ, ਆਪਣਾ ਪੱਖ ਕਿਸੇ ਦੇ ਸਾਹਮਣੇ ਅੱਛੀ ਤਰ੍ਹਾਂ ਰੱਖਣਾ ਆਉਂਦਾ ਹੋਵੇ, ਤਾਂ ਸਹਿਜੇ ਹੀ ਅਸੀਂ ਆਪਣੇ ਬਾਰੇ ਇਸ ਨਤੀਜੇ 'ਤੇ ਪਹੁੰਚ ਸਕਦੇ ਹਾਂ ਕਿ ਅਸੀਂ ਭਾਸ਼ਾਈ ਬੁੱਧੀ ਦੇ ਮਾਲਕ ਹਾਂ। ਜੇ ਅਸੀਂ ਆਪਣੇ ਵਿਚਾਰਾਂ ਨਾਲ ਕਿਸੇ ਨੂੰ ਚੰਗੀ ਤਰ੍ਹਾਂ ਕਨਵਿੰਸ ਕਰਵਾ ਲਈਏ, ਕਿਸੇ ਦੇ ਸਾਹਮਣੇ ਚੰਗੀ ਤਰ੍ਹਾਂ ਰੱਖ ਸਕੀਏ, ਤਾਂ ਰਿਜ਼ਲਟ ਇਹ ਨਿਕਲਦਾ ਹੈ ਕਿ ਸਾਡੇ ਵਿੱਚ ਭਾਸ਼ਾਈ ਬੁੱਧੀ ਹੈ, ਅਸੀਂ ਭਾਸ਼ਾਈ ਬੁੱਧੀ ਦੇ ਮਾਲਕ ਹਾਂ। ਇਸ ਯੋਗਤਾ ਕਾਰਨ ਅਸੀਂ ਕਲਾਤਮਕ ਜਗਤ ਵਿੱਚ ਕਹਾਣੀਕਾਰ, ਵਾਰਤਕਕਾਰ, ਨਾਵਲਕਾਰ, ਸ਼ਾਇਰ, ਅਨੁਵਾਦਕ, ਟਰਾਂਸਲੇਟਰ ਵਜੋਂ ਪ੍ਰਵੇਸ਼ ਕਰ ਸਕਦੇ ਹਾਂ। ਮਤਲਬ ਸਾਹਿਤਕ ਪਾਸੇ ਸਾਹਿਤ ਦੇ ਨਾਲ ਅਸੀਂ ਜੁੜ ਸਕਦੇ ਹਾਂ। ਇਹਨਾਂ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਨੂੰ ਨਿਖਾਰ ਕੇ ਸੰਵਾਰ ਸਕਦੇ ਹਾਂ ਅਤੇ ਅਸੀਂ ਇਸ ਫੀਲਡ ਵਿੱਚ ਆਪਣਾ ਟੈਲੈਂਟ ਦਿਖਾ ਸਕਦੇ ਹਾਂ ਅਤੇ ਆਪਣੀ ਜਿਹੜੀ ਜ਼ਿੰਦਗੀ ਨੂੰ ਸੰਵਾਰ ਸਕਦੇ ਹਾਂ। ਅਗਲੀ ਬੁੱਧੀ ਹੈ ਤਾਰਕਿਕ ਗਣਿਤਕ ਬੁੱਧੀ। ਤਾਰਕਿਕ, ਤਰਕ 'ਤੇ ਆਧਾਰਿਤ, ਸੋਚਪੂਰਕ। ਗਣਿਤਕ, ਗਣਿਤ 'ਤੇ ਆਧਾਰਿਤ ਬੁੱਧੀ। ਇਸ ਬੁੱਧੀ ਦਾ ਸੰਬੰਧ ਸਾਡੀ ਤਾਰਕਕ ਅਤੇ ਗਣਿਤਕ ਯੋਗਤਾ ਨਾਲ ਹੈ। ਅਸੀਂ ਕਿਸੇ ਵੀ ਘਟਨਾ ਨੂੰ ਤਰਕ ਦੇ ਆਧਾਰ 'ਤੇ ਕਿਵੇਂ ਪਰਖ ਸਕਦੇ ਹਾਂ ਅਤੇ ਉਹਦੀ ਕੈਲਕੂਲੇਸ਼ਨ ਕਿਵੇਂ ਕਰ ਸਕਦੇ ਹਾਂ, ਸਾਡੀ ਇਸ ਯੋਗਤਾ 'ਤੇ ਡਿਪੈਂਡ ਕਰਦਾ ਹੈ। ਜੇਕਰ ਅਸੀਂ ਕਿਸੇ ਘਟਨਾ ਦੇ ਪਿਛੋਕੜ ਵਿੱਚ ਪਏ ਤਰਕ ਜਾਂ ਤੱਥ ਲੱਭਣ ਵਿੱਚ ਰੁਚੀ ਰੱਖਦੇ ਹਾਂ, ਜਿਵੇਂ ਕੋਈ ਘਟਨਾ ਹੋਈ, ਉਹਦੀ ਬੈਕਗਰਾਊਂਡ ਵਿੱਚ ਅਸੀਂ ਚਲੇ ਜਾਈਏ ਵੀ ਇਹ ਘਟਨਾ ਕਿਉਂ ਹੋਈ, ਫੈਕਟ ਲੱਭਣ ਦੀ ਰੁਚੀ ਰੱਖਦੇ ਹਾਂ। ਫਿਰ ਇੱਕ ਘਟਨਾ ਨੂੰ ਦੂਜੀ ਘਟਨਾ ਨਾਲ ਜੋੜਨ ਦੀ ਰੁਚੀ ਰੱਖਦੇ ਹਾਂ, ਸਮਰੱਥਾ ਰੱਖਦੇ ਹਾਂ। ਅਸੀਂ ਇਸ ਚੀਜ਼ 'ਚ ਸਮਰੱਥ ਹਾਂ, ਸਵਾਲ ਉਠਾ ਸਕਦੇ ਹਾਂ, ਪ੍ਰਯੋਗ ਕਰ ਸਕਦੇ ਹਾਂ, ਵੱਖ-ਵੱਖ ਪ੍ਰਕਿਰਿਆਵਾਂ ਦੀ ਤਹਿ ਤੱਕ ਜਾ ਸਕਦੇ ਹਾਂ ਵੀ ਇਹ ਘਟਨਾਵਾਂ ਕਿਉਂ ਹੋਈਆਂ, ਕਿਸ ਤਰ੍ਹਾਂ ਹੋਈਆਂ। ਗਣਿਤਕ ਸਮੱਸਿਆਵਾਂ ਦਾ ਹੱਲ ਕਰਨਾ, ਤਰਕ ਵਿਤਰਕ ਕਰਨ ਦੀ ਰੁਚੀ, ਵਾਦ ਵਿਵਾਦ ਅਸੀਂ ਕਿਸੇ ਨਾਲ ਕਰ ਸਕਦੇ ਹਾਂ, ਡਿਬੇਟ ਕਰਨ ਦੀ ਰੁਚੀ ਸਾਡੇ ਵਿੱਚ ਹੈ ਅਤੇ ਸਮਰੱਥਾ ਰੱਖਦੇ ਹਾਂ
ਤਾਂ ਇਸ ਬੁੱਧੀ ਯੋਗਤਾ ਦੇ ਮਾਲਕੀ ਰੱਖਦੇ ਹਾਂ, ਤਾਂ ਸਾਡੇ ਵਿੱਚ ਇਹ ਤਾਰਕਿਕ ਗਣਿਤਕ ਬੁੱਧੀ ਹੈ। ਇਸ ਮਾਲਕੀ ਸਦਕਾ ਅਸੀਂ ਖੁਦ ਨੂੰ ਕਲਾ ਖੇਤਰ ਵਿੱਚ ਵਾਦ ਵਿਵਾਦੀ ਪ੍ਰਤੀਯੋਗੀ ਬਣਾ ਸਕਦੇ ਹਾਂ। ਸਾਡੇ ਵਿੱਚ ਅਗਰ ਇਸ ਤਰ੍ਹਾਂ ਦੀ ਬੁੱਧੀ ਹੈ ਤਾਂ ਕਲਾ ਦੇ ਖੇਤਰ ਵਿੱਚ ਅਸੀਂ ਡਿਬੇਟ ਕਰਨ ਦੇ ਲਾਇਕ ਬਣ ਸਕਦੇ ਹਾਂ। ਐਡਵੈਂਚਰ ਨਾਲ ਸੰਬੰਧਿਤ ਕਲਾ ਪ੍ਰੋਜੈਕਟ ਲੈ ਸਕਦੇ ਹਾਂ। ਗਣਿਤਕ ਖੇਡਾਂ, ਕੰਪਿਊਟਰ ਕਲਾ ਅਤੇ ਖੇਡਾਂ ਨਾਲ ਸੰਬੰਧਿਤ ਹੋ ਸਕਦੇ ਹਾਂ। ਕਲਾਤਮਕ ਖੇਤਰ ਵਿੱਚ ਅੰਕਾਂ ਦੇ ਆਕਾਰਾਂ ਨਾਲ ਸੰਬੰਧਿਤ ਨਵੀਆਂ ਖੇਡਾਂ ਦੀ ਇਜਾਦ ਵੀ ਕਰ ਸਕਦੇ ਹਾਂ, ਖੋਜ ਵੀ ਕਰ ਸਕਦੇ ਹਾਂ। ਦ੍ਰਿਸ਼ਟੀਗਤ ਸਪੇਸਗਤ ਬੁੱਧੀ ਤੀਸਰੀ ਬੁੱਧੀ ਹੈ। ਇਸ ਬੁੱਧੀ ਦਾ ਸੰਬੰਧ ਸਪੇਸ ਵਿੱਚ ਨਿਰਮਿਤ ਵਸਤੂਆਂ, ਸਪੇਸ ਵਿੱਚ ਬਣੀਆਂ ਹੋਈਆਂ ਵਸਤੂਆਂ, ਤਸਵੀਰਾਂ, ਆਕਾਰ ਨੂੰ ਰੁਚੀਪੂਰਵਕ ਦੇਖਣ, ਸਮਝਣ ਅਤੇ ਵਿਚਾਰਨ ਨਾਲ ਹੈ। ਜੇਕਰ ਸਾਡੀ ਰੁਚੀ ਨਕਸ਼ੇ, ਗ੍ਰਾਫ ਬਣਾਉਣ ਵਿੱਚ ਹੈ, ਗਲੋਬ, ਤਸਵੀਰਾਂ, ਦ੍ਰਿਸ਼ ਕਲਾਵਾਂ ਪ੍ਰਤੀ ਆਕਰਸ਼ਕ ਹੁੰਦੇ ਹਾਂ, ਕਿਸੇ ਨੂੰ ਦੇਖ ਕੇ ਉਸਦੀ ਆਕ੍ਰਿਤੀ ਨੂੰ ਦਿਮਾਗ ਵਿੱਚ ਤਸਵੀਰ ਬਣਾ ਕੇ ਸਾਰ ਸਕਦੇ ਹਾਂ, ਤਾਂ ਉਸਦੀ ਤਸਵੀਰ ਨੂੰ ਲਕੀਰਾਂ ਰਾਹੀਂ ਉਕਰ ਸਕਦੇ ਹਾਂ। ਜੇ ਮੰਨ ਲਓ ਅਸੀਂ ਕਿਸੇ ਚੀਜ਼ ਦੀ ਆਕ੍ਰਿਤੀ ਦੇਖ ਲਈਏ, ਦਿਮਾਗ ਵਿੱਚ ਉਹਦੀ ਇੱਕ ਪਿਕਚਰ ਬਣਾ ਲਈਏ ਅਤੇ ਫਿਰ ਉਹਦਾ ਅਸੀਂ ਇੱਕ ਤਸਵੀਰ ਨੂੰ ਲਕੀਰਾਂ ਰਾਹੀਂ ਤਾਂ ਉਸ ਪਿਕਚਰ ਨੂੰ ਅਸੀਂ ਦੀ ਡਰਾਫਟਿੰਗ ਕਰ ਸਕਦੇ ਹਾਂ। ਉਕਰਨਾ, ਬਣਾਉਣਾ। ਕਿਸੇ ਰਸਤੇ ਜਾਂ ਸ਼ਹਿਰ ਬਾਰੇ ਸਮਝਾਉਣ ਬਾਰੇ, ਕੋਈ ਕਿਸੇ ਨੂੰ ਰਸਤਾ ਦੱਸਣਾ ਹੈ, ਸ਼ਹਿਰ ਬਾਰੇ ਸਮਝਾਉਣਾ ਹੈ ਵੇਲੇ ਤਸਵੀਰਾਂ ਜਾਂ ਨਕਸ਼ਾ ਬਣਾ ਕੇ ਸਮਝਾਉਣ ਦੀ ਯੋਗਤਾ ਰੱਖਦੇ ਹਾਂ, ਤਾਂ ਅਸੀਂ ਉਸਨੂੰ ਇੱਕ ਡਰਾਫਟ ਰਾਹੀਂ ਸਮਝਾਉਣ ਦੀ ਸਾਡੇ ਵਿੱਚ ਯੋਗਤਾ ਹੈ। ਜੇਕਰ ਸ਼ਤਰੰਜ, ਲੂਡੋ ਆਦਿ ਖੇਡਾਂ ਖੇਡਣ ਵਿੱਚ ਸਾਡੀ ਰੁਚੀ ਸ਼ਤਰੰਜ, ਲੂਡੋ ਆਦਿ ਖੇਡਾਂ ਖੇਡਣ ਵਿੱਚ ਹੈ, ਇੰਟਰਸਟ ਸਾਡਾ, ਅਤੇ ਮੁਹਾਰਤ ਰੱਖਦੇ ਹਾਂ, ਪਰਫੈਕਸ਼ਨ ਰੱਖਦੇ ਹਾਂ, ਨਿਪੁੰਨਤਾ ਰੱਖਦੇ ਹਾਂ। TV ਉੱਪਰ ਕਾਰਟੂਨ ਬਥੇਰੇ ਦੇਖਦੇ ਹਾਂ ਅਤੇ TV ਵਿੱਚ ਆ ਰਹੇ ਕਾਰਟੂਨਾਂ ਵਿੱਚ ਸਾਡਾ ਇੰਟਰਸਟ ਹੈ। ਰਾਸਤੇ ਵਿੱਚੋਂ ਗੁਜ਼ਰਦਿਆਂ ਅਸੀਂ ਰਾਸਤੇ ਵਿੱਚ ਜਾ ਰਹੇ ਹਾਂ, ਇਮਾਰਤ ਸਾਜੀ ਮਤਲਬ ਬਿਲਡਿੰਗ ਕਿਸ ਤਰ੍ਹਾਂ ਬਣਾਈ ਗਈ ਹੈ, ਸਜਾਈ ਗਈ ਹੈ, ਇੰਟੀਰੀਅਰ ਉਸਦਾ ਕਿਸ ਤਰ੍ਹਾਂ ਹੋਇਆ ਹੈ, ਰੂਪ ਰੇਖਾ ਉੱਪਰ ਵਧੇਕ ਧਿਆਨ ਦਿੰਦੇ ਹਾਂ ਵੀ ਇਹ ਕਿਵੇਂ ਬਣੀ ਹੋਣੀ ਹੈ। ਇਸ ਬਾਰੇ ਜੇ ਅਸੀਂ ਜ਼ਿਆਦਾ ਧਿਆਨ ਦਿੰਦੇ ਹਾਂ ਤਾਂ ਨਿਸ਼ਚਿਤ ਹੀ ਅਸੀਂ ਇਸ ਬੁੱਧੀ ਯੋਗਤਾ ਦੇ ਮਾਲਕ ਹਾਂ। ਤਾਂ ਇਹ ਨਿਸ਼ਚਿਤ ਹੈ ਕਿ ਸਾਡੇ ਵਿੱਚ ਦ੍ਰਿਸ਼ਟੀਗਤ ਸਪੇਸਗਤ ਬੁੱਧੀ ਹੈ। ਕਲਾ ਦੇ ਖੇਤਰ ਵਿੱਚ ਸਾਨੂੰ ਚਿੱਤਰਕਾਰੀ, ਮੂਰਤੀਕਾਰੀ, ਕਾਰਟੂਨਕਾਰੀ, ਗ੍ਰਹਿ ਸਜਾਵਟ, ਇੰਟੀਰੀਅਰ ਡੈਕੋਰੇਸ਼ਨ, ਫਿਲਮਕਾਰੀ, ਮੰਚ ਨਿਰਦੇਸ਼ਨ, ਸਟੇਜ ਡਾਇਰੈਕਸ਼ਨ ਆਦਿ ਵੱਲ ਆਪਣੀ ਊਰਜਾ ਸ਼ਕਤੀ ਨੂੰ ਲਗਾਉਣਾ ਚਾਹੀਦਾ। ਤਾਂ ਇਹਨਾਂ ਸਾਰੀਆਂ ਚੀਜ਼ਾਂ ਵੱਲ ਸਾਨੂੰ ਸਾਰੀ ਆਪਣੀ ਐਨਰਜੀ ਲਗਾ ਦੇਣੀ ਚਾਹੀਦੀ ਹੈ ਤਾਂ ਕਿ ਅਸੀਂ ਅੱਗੇ ਵੱਧ ਸਕੀਏ। ਨੈਕਸਟ ਹੈ ਸੰਗੀਤਕ ਰੁਚੀ। ਸੰਗੀਤ ਵਿੱਚ ਰੁਚੀ। ਇਸ ਬੁੱਧੀ ਦਾ ਸੰਬੰਧ ਵਿਅਕਤੀ ਦੀ ਸੰਗੀਤਕ ਰੁਚੀ ਅਤੇ ਕਾਬਲੀਅਤ ਨਾਲ ਹੈ। ਜੇਕਰ ਸਾਨੂੰ ਸੰਗੀਤਕ ਧੁਨਾਂ ਆਕਰਸ਼ਿਤ ਕਰਦੀਆਂ ਹਨ, ਅਸੀਂ ਸੰਗੀਤ ਦੀਆਂ ਧੁਨਾਂ ਵੱਲ ਆਕਰਸ਼ਿਤ ਹੁੰਦੇ, ਅਟਰੈਕਟ ਹੁੰਦੇ ਹਾਂ। ਅਸੀਂ ਸੰਗੀਤ ਰਾਹੀਂ ਆਪਣੇ ਆਪ ਨੂੰ ਪ੍ਰਗਟ ਕਰਨ ਦੀ ਸਮਰੱਥਾ ਰੱਖਦੇ ਹਾਂ। ਤਾਂ ਸਾਨੂੰ ਜੇ ਐਂ ਲੱਗਦਾ ਅਸੀਂ ਸੰਗੀਤ ਦੁਆਰਾ ਆਪਣੇ ਆਪ ਨੂੰ ਪ੍ਰਗਟ ਕਰ ਸਕਦੇ ਹਾਂ। ਕਿਸੇ ਮੇਜ਼ ਜਾਂ ਡੱਬੇ ਨੂੰ ਲੈ ਕੇ ਰੋਜ਼ਾਨਾ ਦੇ ਕਾਰ ਵਿਹਾਰ ਦੌਰਾਨ ਕੋਈ ਨਾ ਕੋਈ ਤਾਲ ਛੇੜਦੇ ਹਾਂ। ਮੇਜ਼ 'ਤੇ ਜਾਂ ਕੋਈ ਡੱਬਾ ਲੈ ਕੇ ਅਸੀਂ ਕੋਈ ਧੁਨ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ, ਕੁਛ ਨਾ ਕੁਛ ਉਹਨੂੰ ਵਜਾਉਣ ਦੀ ਕੋਸ਼ਿਸ਼ ਕਰਦੇ ਹਾਂ। ਅੱਜ ਦੀ ਕਲਾਸ ਵਿੱਚ ਬੇਟਾ ਇੰਨਾ ਹੀ ਚੈਪਟਰ ਪੜ੍ਹਾਂਗੇ, ਬਾਕੀ ਚੈਪਟਰ ਅਗਲੀ ਕਲਾਸ ਵਿੱਚ ਪੜ੍ਹਾਂਗੇ।